Subscribe to One India channel and never miss an update. ਅੱਜ ਚਰਚਾ ਕਰਨੀ ਚਾਹੁੰਦੇ ਆ ਇੱਕ ਐਸੇ ਨਾਮ ਦੀ ਜਿਨੇ ਸੁਰਖੀਆਂ ਦੇ ਵਿੱਚ ਖਾਸੀ ਜਗ੍ਹਾ ਬਟੋਰ ਲਈ ਹੈ। ਦੇਸ਼ ਵਿਦੇਸ਼ ਦੇ ਵਿੱਚ ਉਸ ਨਾਮ ਦੀ ਚਰਚਾ ਹੈ ਔਰ ਨਾ ਸਿਰਫ ਅਖਬਾਰਾਂ, ਸੋਸ਼ਲ ਮੀਡੀਆ ਤੇ ਉਸ ਇੱਕ ਨਾਂ ਦੇ ਵਿਅਕਤੀ ਨੇ ਧੂਮ ਮਚਾ ਰੱਖੀ ਹੈ। ਥਾਂ-ਥਾਂ ਦੀਆਂ ਏਜੰਸੀਆਂ ਉਸ ਨਾਮ ਨੂੰ ਲੱਭ ਰਹੀਆਂ ਨੇ। ਦੇਸ਼ ਦਾ ਮੀਡੀਆ ਹੋਵੇ, ਵਿਦੇਸ਼ ਦਾ ਮੀਡੀਆ ਹੋਵੇ, ਉਸ ਇੱਕ ਨਾਂ ਦੇ ਵਿਅਕਤੀ ਦੇ ਮਗਰ ਪੈ ਗਿਆ। ਪਰ ਇੱਥੇ ਸਾਡੀ ਮੁਰਾਦ ਅਰਜਨ ਵੈਲੀ ਨਾਲ ਨਹੀਂ ਹੈ। ਭਾਵੇਂ ਕਿ ਦੇਸ਼ ਦਾ ਮੀਡੀਆ ਅਰਜਨ ਵੈਲੀ ਨੂੰ ਲੱਭਦਾ ਪਿਆ, ਥਾਂ-ਥਾਂ ਤੇ ਅਰਜਨ ਵੈਲੀ ਕੌਣ ਸੀ ਉਸ ਦੀਆਂ ਚਰਚਾਵਾਂ ਛਿੜੀਆਂ ਹੋਈਆਂ ਨੇ, ਸਵਾਲ ਚੁੱਕੇ ਜਾ ਰਹੇ ਨੇ, ਜਵਾਬ ਲੱਭੇ ਜਾ ਰਹੇ ਨੇ। ਔਰ ਇਹੀ ਮੁਰਾਦ ਕਰਾਂਗੇ ਕਿ ਜੇ ਇਹੀ ਚਾਹਤ ਹੈ ਤੇ ਰੱਬ ਛੇਤੀ ਹੀ ਜਾਣਕਾਰੀ ਦਿਵਾ ਦੇਵੇ ਕਿ ਅਰਜਨ ਵੈਲੀ ਕੌਣ ਸੀ। ਉਹ ਕਹਿੰਦੇ ਆ ਨਾ ਕਿ ਜੇ ਲੱਭਣ ਨਿਕਲੋ ਤਾਂ ਰੱਬ ਵੀ ਲੱਭ ਜਾਂਦਾ। ਅਰਜਨ ਵੈਲੀ ਕੀ ਚੀਜ਼ ਹੈ? ਪਰ ਅਸਲ ਦੇ ਵਿੱਚ ਵੈਲੀ ਅਰਜਨ ਨਹੀਂ, ਵੈਲੀ ਕੋਈ ਹੋਰ ਹੈ। ਦਰਅਸਲ ਵੈਲੀ ਤਾਂ ਗੁਪਤਾ ਜੀ ਨੇ, ਜਿਨ੍ਹਾਂ ਨੇ ਐਸਾ ਵੈਲ ਖੱਟਿਆ ਕਿ ਅਮਰੀਕਾ ਦੀ ਧਰਤੀ ਉੱਤੇ ਜਾ ਕੇ ਸੁਰਖੀਆਂ ਬਣ ਗਈਆਂ। ਅਮਰੀਕਾ ਦੀ ਧਰਤੀ ਉੱਤੇ ਜਾ ਕੇ ਨਾ ਸਿਰਫ ਅਖਬਾਰਾਂ, ਸਗੋਂ ਉਹਨਾਂ ਦਾ ਡਿਪਾਰਟਮੈਂਟ ਆਫ ਜਸਟਿਸ ਨਿਖਿਲ ਗੁਪਤਾ ਨਾਂ ਦੇ ਵਿਅਕਤੀ ਦੇ ਨੋਟਿਸ ਜਾਰੀ ਕਰ ਰਿਹਾ, ਨੋਟੀਫਿਕੇਸ਼ਨਸ ਆ ਰਹੀਆਂ ਨੇ। ਡਿਪਾਰਟਮੈਂਟ ਆਫ ਜਸਟਿਸ ਵੱਲੋਂ ਇੱਕ ਪ੍ਰੈਸ ਨੋਟ ਰਿਲੀਜ਼ ਕੀਤਾ ਗਿਆ। ਸਵਾਲ ਖੜੇ ਹੋ ਗਏ। ਸਿਰਫ ਇਸ ਵੇਲੇ ਹੀ ਨਹੀਂ, ਇਹ ਮਾਮਲਾ ਬਹੁਤ ਹਫ਼ਤਿਆਂ ਦਾ ਚੱਲ ਰਿਹਾ। ਸਿੱਖ ਵੱਖਵਾਦੀ ਲੀਡਰ ਦੇ ਕਤਲ ਦੀ ਕੋਸ਼ਿਸ਼ ਦਾ ਮਾਮਲਾ, ਜਿਸ ਦੇ ਵਿੱਚ ਨਿਖਿਲ ਗੁਪਤਾ ਦਾ ਨਾਮ ਉੱਭਰ ਕੇ ਸਾਹਮਣੇ ਆ ਰਿਹਾ। ਕੌਣ ਹੈ ਨਿਖਿਲ ਗੁਪਤਾ? ਕਿਹੜਾ ਨਿਖਿਲ ਗੁਪਤਾ ਹੈ? ਕਿੱਥੋਂ ਆਇਆ? ਕਿਸ ਤਰ੍ਹਾਂ ਆਇਆ? ਅਮਰੀਕਾ ਦੇ ਵਿੱਚ ਜਾ ਕੇ ਕੀ ਕਰਨਾ ਚਾਹੁੰਦਾ ਸੀ? ਔਰ ਡਿਪਾਰਟਮੈਂਟ ਆਫ ਜਸਟਿਸ ਜਿਹੜਾ ਅਮਰੀਕਾ ਦਾ ਆ, ਉਸ ਦੇ ਪ੍ਰੈਸ ਨੋਟ ਦੇ ਵਿੱਚ ਕੀ ਲਿਖਿਆ ਆ? ਅਮਰੀਕਾ ਦੇ ਕੋਲ ਇਹੋ ਜਿਹੀ ਕਿਹੜੀ ਇਨਪੁਟ ਆ ਨਿਖਿਲ ਗੁਪਤਾ ਦੇ ਬਾਰੇ ਦੇ ਵਿੱਚ, ਨਿਖਿਲ ਗੁਪਤਾ ਦੇ ਭਾਰਤ ਦੇ ਨਾਲ ਤਲਕਾਤ ਦੇ ਬਾਰੇ ਦੇ ਵਿੱਚ, ਔਰ ਖਾਸ ਕਰਕੇ ਗੁਰਪਤਵੰਤ ਸਿੰਘ ਪੰਨੂ, ਉਸ ਦੇ ਨਾਲ ਕਿਉਂ ਜੁੜਿਆ ਹੋਇਆ ਇਹ ਮਾਮਲਾ? ਲੰਘੇ ਸਮੇਂ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਦੇ ਮੁਤਲਕ ਇੱਕ ਖਬਰ ਸਾਹਮਣੇ ਆਈ ਸੀ ਕਿ ਸਿੱਖ ਵੱਖਵਾਦੀ ਲੀਡਰ ਗੁਰਪਤਵੰਤ ਸਿੰਘ ਪੰਨੂ, ਜਿਹੜਾ ਕਿ ਐਡਵੋਕੇਟ ਵੀ ਰਿਹਾ ਬਾਏ ਪੇਸ਼ਾ ਔਰ ਨਾਲ ਦੀ ਨਾਲ ਅਟਰਨੀ ਹੈਗਾ ਆ ਸਿੱਖਸ ਫॉर ਜਸਟਿਸ ਲਈ, ਔਰ ਉਸ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਇਲਜ਼ਾਮ ਲਾਏ ਗਏ ਨੇ। ਇਸ ਉੱਚ ਸੱਚਾਈ ਕਿੰਨੀ ਹੈ ਇਹ ਜਾਂਚ ਦਾ ਵਿਸ਼ਾ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਾਂਚ ਦਾ ਵਿਸ਼ਾ ਹੈ। ਇਸ ਵਾਸਤੇ ਇਸ ਨੂੰ ਜਾਂਚ ਦੇ ਹਵਾਲੇ ਤੱਕ ਰਹਿਣ ਦਿੰਦੇ ਆ। ਪਰ ਦੂਜੇ ਪਾਸੇ ਅਖਬਾਰਾਂ ਦੀਆਂ ਸੁਰਖੀਆਂ ਲੰਘੇ ਕੁਝ ਦਿਨਾਂ ਤੋਂ ਅਚਾਨਕ ਇਹੋ ਜਿਹੀਆਂ ਹੋ ਗਈਆਂ ਜਿਸ ਤੇ ਸਵਾਲ ਖੜੇ ਹੋਣ ਲੱਗ ਗਏ ਨੇ। ਲਗਾਤਾਰ ਭਾਵੇਂ ਉਹ ਅੰਗਰੇਜ਼ੀ ਅਖਬਾਰ ਹੋਣ, ਭਾਵੇਂ ਕਿਸੇ ਹੋਰ ਭਾਸ਼ਾ ਦੇ ਅਖਬਾਰ ਹੋਣ, ਉਹਨਾਂ ਦੇ ਵਿੱਚ ਨਿਖਿਲ ਗੁਪਤਾ ਦੇ ਉੱਤੇ ਸਵਾਲ ਚੁੱਕੇ ਜਾਣ ਲੱਗ ਗਏ ਨੇ। ਆਖਿਰ ਨਿਖਿਲ ਗੁਪਤਾ ਹੈ ਕੌਣ? ਉਹ ਕਿਹੜੀ ਫੋਇਲਡ ਕਨਸਪੀਰੇਸੀ ਹੈਗੀ ਹੈ ਜਿਹੜੀ ਬਾਈਡਨ ਦੀ ਸਰਕਾਰ ਨੇ ਬਸਟ ਕੀਤੀ ਹੈ? ਲਗਾਤਾਰ ਇਹੋ ਜਿਹੀਆਂ ਸੁਰਖੀਆਂ, ਫੋਇਲਡ ਕਨਸਪੀਰੇਸੀ ਬਸਟਡ ਬਾਈ ਬਾਈਡਨ ਗਵਰਨਮੈਂਟ, ਇਹੋ ਜਿਹੀਆਂ ਖਬਰਾਂ ਸਾਹਮਣੇ ਆਉਣ ਲੱਗ ਗਈਆਂ। ਯੂਐਸ ਦੀ ਸਰਕਾਰ ਦੇ ਮੁਤਾਬਕ ਇਹ ਪੁਖਤਾ ਜਾਣਕਾਰੀ ਹੈ ਔਰ ਜੋ ਕੁਝ ਹੁਣ ਤੱਕ ਜਾਣਕਾਰੀ ਸਾਹਮਣੇ ਆਈ ਹੈ ਉਹ ਯੂਐਸ ਦੇ ਲਗਾਏ ਇਲਜ਼ਾਮਾਂ ਦੇ ਮੁਤਲਕ ਹੀ ਹੈਗੀ ਹੈ। ਅਜੇ ਤੱਕ ਭਾਰਤ ਵੱਲੋਂ ਇਸ ਗੱਲ ਦਾ ਕਿਸੇ ਤੌਰ ਦਾ ਪ੍ਰਮਾਣ ਜਿਹੜਾ ਉਹ ਨਹੀਂ ਦਿੱਤਾ ਗਿਆ। ਪਰ ਸਵਾਲ ਉਹੀ ਖੜਾ ਹੁੰਦਾ ਕਿ ਇਹੋ ਜਿਹਾ ਕਿਹੜਾ ਵਿਵਾਦ ਖੜਾ ਹੋ ਗਿਆ ਕਿ ਬਾਈਡਨ ਸਰਕਾਰ ਵੱਲੋਂ ਭਾਰਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਉਲਾਮਾ ਭੇਜਣਾ ਪੈ ਗਿਆ। ਇੱਕ ਪਾਸੇ ਤਾਂ ਜਸਟਿਨ ਟਰੂਡੋ ਇੱਕ ਖੂੰਜੇ ਨੂੰ ਰਹਿ ਗਿਆ, ਦੂਜੇ ਪਾਸੇ ਜੋ ਬਾਈਡਨ ਉਲਾਂਭਾ ਭੇਜ ਦਿੰਦਾ ਆ, ਇੱਕ ਨੋਟਿਸ ਭੇਜ ਦਿੰਦਾ ਆ ਭਾਰਤ ਦੀ ਸਰਕਾਰ ਨੂੰ। ਉਸ ਤੋਂ ਬਾਅਦ ਵਿਵਾਦ ਖੜਾ ਹੋ ਜਾਂਦਾ ਹੈ। ਦਰਅਸਲ ਇੱਕ ਵਿਅਕਤੀ ਚੈੱਕ ਅਥਾਰਟੀਜ਼ ਵੱਲੋਂ ਚੈੱਕ ਰਿਪਬਲਿਕ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਉਸ ਦਾ ਨਾਮ ਹੈ ਨਿਖਿਲ ਗੁਪਤਾ। ਪਰ ਉਸ ਦਾ ਇਸ ਮਾਮਲੇ ਨਾਲ ਕੀ ਤਾਲੁਕ ਹੈ ਉਹ ਵੀ ਤੁਹਾਨੂੰ ਦੱਸਦੇ ਹਾਂ। ਲੰਘੇ ਦਿਨ ਡਿਪਾਰਟਮੈਂਟ ਆਫ ਜਸਟਿਸ USA ਦੇ ਉਹਨਾਂ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ। ਅਸੀਂ ਇਸ ਰਿਪੋਰਟ ਦੇ ਵਿੱਚ ਉਸ ਪ੍ਰੈਸ ਨੋਟ ਚੋਂ ਵੀ ਹਵਾਲਾ ਲਵਾਂਗੇ, ਭਾਰਤ ਦੇ ਕੁਝ ਮੰਨੇ ਪਰਮੰਨੇ ਮੀਡੀਆ ਅਦਾਰਿਆਂ ਤੋਂ ਵੀ ਹਵਾਲਾ ਲਵਾਂਗੇ, ਔਰ ਇੱਕ ਇਹੋ ਜਿਹੀ ਕਹਾਣੀ ਬਣਦੀ ਨਜ਼ਰ ਆ ਰਹੀ ਹੈ ਜਿਸ ਦੇ ਮੱਦੇ ਨਜ਼ਰ ਹੁਣ ਭਾਰਤ ਦੀ ਸਰਕਾਰ ਵੀ ਕਿਤੇ ਨਾ ਕਿਤੇ ਔਨ ਲੋ ਕੀ ਬਟ ਐਕਟਿਵ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਨਿਖਿਲ ਗੁਪਤਾ ਆਪ 52 ਸਾਲ ਦਾ ਹੈ। ਉਸ ਨੂੰ ਗ੍ਰਿਫਤਾਰ ਕੀਤਾ ਗਿਆ ਚੈੱਕ ਰਿਪਬਲਿਕ ਦੇ ਵਿੱਚ, ਚੈੱਕ ਅਥਾਰਟੀਜ਼ ਵੱਲੋਂ, ਔਰ US ਵੱਲੋਂ ਇਹ ਇਲਜ਼ਾਮ ਨੇ ਕਿ ਨਿਖਿਲ ਗੁਪਤਾ USA ਦੇ ਨਾਗਰਿਕ, ਭਾਰਤੀ ਮੂਲ ਦੇ ਸਿੱਖ ਵੱਖਵਾਦੀ, ਇੱਕ ਐਡਵੋਕੇਟ ਪੇਸ਼ੇ ਦੇ ਵਿਅਕਤੀ ਨੂੰ ਮਾਰਨ ਵਾਸਤੇ ਇਸ ਨੀਤੀ ਦੇ ਨਾਲ US ਵਿੱਚ ਆਇਆ ਸੀ।
ਇਹ ਪ੍ਰਮਾਣਿਤ ਗੱਲ ਨਹੀਂ ਹੈ, ਇਸ ਨੂੰ ਫਿਲਹਾਲ ਪ੍ਰਮਾਣਿਤ ਗੱਲ ਨਹੀਂ ਕਿਹਾ ਜਾ ਸਕਦਾ। ਇਹ ਇਲਜ਼ਾਮ ਨੇ ਜਿਹੜੇ ਕਿ ਲਗਾਏ ਗਏ ਨੇ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਕਹਾਣੀ ਇਸ ਤਰ੍ਹਾਂ ਬਣਦੀ ਹੈ ਕਿਉਂਕਿ ਇਸ ਦੇ ਵਿੱਚ ਨਾ ਸਿਰਫ ਨਿਖਿਲ ਗੁਪਤਾ ਹੈ, ਸਗੋਂ ਇੱਕ CC1 ਵੀ ਹੈ ਜਿਸ ਨੂੰ ਭਾਰਤ ਸਰਕਾਰ ਦੇ ਨਾਲ ਜੋੜਿਆ ਗਿਆ, ਜਿਹੜਾ ਕਿ ਭਾਰਤ ਸਰਕਾਰ ਦਾ ਇੱਕ ਅਧਿਕਾਰੀ ਦੱਸਿਆ ਗਿਆ US ਗਵਰਨਮੈਂਟ ਵੱਲੋਂ। ਤੁਹਾਨੂੰ ਇਹ ਵੀ ਦੱਸ ਦਈਏ ਕਿ ਕਈ ਮੀਡੀਆ ਚੈਨਲਸ ਵੱਲੋਂ CC1 ਨੂੰ, ਜਿਹੜਾ ਕਿ ਨਿਖਿਲ ਗੁਪਤਾ ਦੇ ਨਾਲ ਕੰਟੀਨਿਊਸਲੀ ਟੱਚ ਦੇ ਵਿੱਚ ਸੀ, ਜਿਹਨੂੰ ਕਿ ਕਥਿਤ ਤੌਰ ਦੇ ਉੱਤੇ ਬਕੌਲ ਇਲਜ਼ਾਮ ਇਸ ਮਿਸ਼ਨ ਵਾਸਤੇ ਅਸਾਈਨ ਕੀਤਾ ਗਿਆ ਸੀ, ਉਹ CC1 CRPF ਨਾਲ ਵੀ ਜੋੜਿਆ ਦੱਸਿਆ ਗਿਆ। ਪਰ ਇਸ ਗੱਲ ਦੀ ਕੋਈ ਪ੍ਰਮਾਣਿਕਤਾ ਨਹੀਂ ਹੈਗੀ। ਇਸ ਨੂੰ ਕਈ ਮੀਡੀਆ ਅਦਾਰਿਆਂ ਵੱਲੋਂ ਛਾਪਿਆ ਗਿਆ ਹੈ, ਜ਼ਰੂਰ ਕਿਹਾ ਗਿਆ ਹੈ, ਪਰ ਇਸ ਮਾਮਲੇ ਨੂੰ ਲੈ ਕੇ ਅਜੇ ਤੱਕ ਕੋਈ ਵੀ ਪ੍ਰਮਾਣ ਜਾਰੀ ਨਹੀਂ ਕੀਤਾ ਗਿਆ। ਪਰ ਹਾਂ, ਇੱਕ CC1 ਨਾਂ ਦਾ ਇੱਕ ਏਜੰਟ ਜਿਹੜਾ ਉਹ ਜ਼ਰੂਰ ਦੱਸਿਆ, ਜਿਹੜਾ ਕਿ ਭਾਰਤ ਸਰਕਾਰ ਦੇ ਨਾਲ ਜੋੜਿਆ ਗਿਆ ਆ US ਗਵਰਨਮੈਂਟ ਵੱਲੋਂ। ਖੈਰ, ਇਸ ਮਾਮਲੇ ਨੂੰ ਲੈ ਕੇ ਜੇ ਗੱਲ ਕਰੀਏ, CC1 ਨੇ ਨਿਖਿਲ ਗੁਪਤਾ ਨੂੰ ਅਸਾਈਨ ਕੀਤਾ। CC1 ਕੌਣ ਹੈ? CC1 ਇੱਕ ਬਕੌਲ US ਗਵਰਨਮੈਂਟ, ਉਹਨਾਂ ਦੀ ਰਿਪੋਰਟ ਦੇ ਵਿੱਚ ਜੋ ਲਿਖਿਆ ਹੈ, CC1 ਇੱਕ ਔਨ ਫੀਲਡ ਗਵਰਨਮੈਂਟ EMPLOYE ਜਾਂ ਫਿਰ ਗਵਰਨਮੈਂਟ ਏਜੰਟ ਹੈਗਾ ਆ, ਜਿਹੜਾ ਔਨ ਫੀਲਡ ਕੰਮ ਕਰ ਰਿਹਾ ਆ। ਉਸ CC1 ਏਜੰਟ ਨੇ ਕਥਿਤ ਤੌਰ ਉੱਤੇ ਨਿਖਿਲ ਗੁਪਤਾ ਨੂੰ ਅਪਾਇੰਟ ਕੀਤਾ। ਨਿਖਿਲ ਗੁਪਤਾ ਨਾਂ ਦਾ ਇਹ ਵਿਅਕਤੀ US ਜਾ ਕੇ ਆਪਣੇ ਇੱਕ ਕ੍ਰਿਮੀਨਲ ਐਸੋਸੀਏਟ ਦੇ ਨਾਲ ਗੱਲ ਕਰਦਾ। ਇਹ ਕ੍ਰਿਮੀਨਲ ਐਸੋਸੀਏਟ ਕੌਣ ਹੈ? ਇੱਕ ਸਰੋਤ ਹੈ, ਇੱਕ ਸੋਰਸ ਹੈ। ਜਿਸ ਤਰ੍ਹਾਂ ਕਹਾਣੀ ਚੱਲਦੀ ਪਈ ਆ ਉਸ ਤਰ੍ਹਾਂ ਜੇ ਆਪਾਂ ਸਰੋਤਾਂ ਦੇ ਹਵਾਲੇ ਨਾਲ ਜ਼ਿਕਰ ਕਰੀਏ ਤਾਂ ਇਹ ਕ੍ਰਿਮੀਨਲ ਐਸੋਸੀਏਟ ਜਿਹੜਾ ਹੈ ਇੱਕ ਸਰੋਤ ਹੈਗਾ ਆ ਜਿਸ ਨੂੰ ਨਿਖਿਲ ਗੁਪਤਾ ਮਿਲਿਆ। ਜਾਣਕਾਰੀ ਮੁਤਾਬਕ ਇਹ ਵੀ ਦੱਸਿਆ ਗਿਆ ਕਿ ਨਿਖਿਲ ਗੁਪਤਾ ਇਸ ਕ੍ਰਿਮੀਨਲ ਐਸੋਸੀਏਟ ਦੇ ਨਾਲ ਗੱਲਬਾਤ ਸਾਂਝੀ ਕਰਦਾ ਆ ਔਰ ਇਹ ਕ੍ਰਿਮੀਨਲ ਐਸੋਸੀਏਟ ਜਿਹੜਾ ਹੈਗਾ ਆ ਉਹ ਜਦੋਂ ਜਾਣਕਾਰੀ ਸਾਂਝੀ ਕੀਤੀ ਗਈ ਉਹ US ਗਵਰਨਮੈਂਟ ਦੇ ਟੱਚ ਦੇ ਵਿੱਚ ਵੀ ਸੀ। US ਗਵਰਨਮੈਂਟ ਦੇ ਟੱਚ ਵਿੱਚ ਹੋਣ ਦੇ ਬਕੌਲ ਇਹ ਕਿਹਾ ਗਿਆ ਆ ਕਿ ਉਹ ਕ੍ਰਿਮੀਨਲ ਐਸੋਸੀਏਟ ਜਿਹੜਾ ਆ ਉਹ US ਗਵਰਨਮੈਂਟ ਦੇ ਕੋਲ ਸਾਰੀ ਗੱਲ ਇਹ ਕਰ ਦਿੰਦਾ। ਖੈਰ, ਇਸ ਮਾਮਲੇ ਨੂੰ ਲੈ ਕੇ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਨਿਖਿਲ ਗੁਪਤਾ ਨੇ ਸਾਰੀ ਜਾਣਕਾਰੀ ਇਸ ਕ੍ਰਿਮੀਨਲ ਐਸੋਸੀਏਟ ਨੂੰ ਦੱਸੀ। ਕ੍ਰਿਮੀਨਲ ਐਸੋਸੀਏਟ ਨੇ ਅੱਗੇ US ਗਵਰਨਮੈਂਟ ਨੂੰ ਦੱਸੀ ਔਰ ਉਸ ਵੇਲੇ FBI ਵੀ ਐਕਟਿਵ ਹੋ ਗਈ। ਇਹਨਾਂ ਦੋਵਾਂ ਦੀ ਗੱਲਬਾਤ ਤੋਂ ਬਾਅਦ, ਯਾਨੀ ਕਿ ਨਿਖਿਲ ਗੁਪਤਾ ਤੇ ਉਸ ਕ੍ਰਿਮੀਨਲ ਐਸੋਸੀਏਟ ਦੀ ਗੱਲਬਾਤ ਤੋਂ ਬਾਅਦ ਇੱਕ ਹਿਟਮੈਨ ਅਪਰੂਵ ਕੀਤਾ ਗਿਆ ਨਿਖਿਲ ਗੁਪਤਾ ਨੇ, ਕਿਉਂਕਿ ਜਾਣਕਾਰੀ ਅਨੁਸਾਰ ਨਿਖਿਲ ਗੁਪਤਾ ਨੇ ਕਿਹਾ ਸੀ ਕਿ ਉਸ ਨੂੰ ਇਹ ਮਿਸ਼ਨ ਜਿਹੜਾ ਉਹ ਕੰਪਲੀਟ ਕਰਨਾ ਹੈ। ਇਹ ਮਿਸ਼ਨ ਇੱਕ ਹਿਟਮੈਨ ਦੇ ਥਰੂ ਕੰਪਲੀਟ ਕਰਨ ਦੀ ਗੱਲ ਜਿਹੜੀ ਆ ਉਹ ਸਾਹਮਣੇ ਆਉਣ ਲੱਗੀ। ਇੱਕ ਹਿਟਮੈਨ ਪਲਾਟ ਵੀ ਕਰ ਦਿੱਤਾ ਗਿਆ, ਇੱਕ ਹਿਟਮੈਨ ਲਿਆ ਕੇ ਖੜਾ ਵੀ ਕਰ ਦਿੱਤਾ ਗਿਆ ਔਰ ਉਸ ਹਿਟਮੈਨ ਦੇ ਨਾਲ $1 ਲੱਖ ਦੇ ਵਿੱਚ ਇਹ ਡੀਲ ਫਾਈਨਲ ਹੋਈ। ਇਹ ਕੁਝ 83 ਲੱਖ ਰੁਪਏ ਦੇ ਕਰੀਬ ਰਕਮ ਬਣਦੀ ਹੈ ਔਰ ਉਸ ਕ੍ਰਿਮੀਨਲ ਐਸੋਸੀਏਟ ਨੇ ਜਿਹੜਾ ਹਿਟਮੈਨ ਅਪਰੂਵ ਕੀਤਾ, ਜਿਹੜਾ ਸਾਹਮਣੇ ਲਿਆਂਦਾ ਗਿਆ ਨਿਖਿਲ ਗੁਪਤਾ ਦੇ, ਉਹ $1 ਲੱਖ ਦੇ ਵਿੱਚ ਡੀਲ ਫਾਈਨਲ ਕਰਦਾ ਹੈ। ਤੁਹਾਨੂੰ ਦੱਸ ਦਈਏ ਕਿ CC1 ਤੇ ਨਿਖਿਲ ਗੁਪਤਾ ਕਥਿਤ ਤੌਰ ਦੇ ਉੱਤੇ ਇਸ ਪੋਜੀਸ਼ਨ ਤੇ ਆ ਕੇ ਵੀ ਇੱਕ ਦੂਸਰੇ ਦੇ ਸੰਪਰਕ ਦੇ ਵਿੱਚ ਸਨ ਔਰ ਇੱਥੋਂ ਤੱਕ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਨਿਖਿਲ ਗੁਪਤਾ ਨੇ $1 ਲੱਖ ਦੇ ਵਿੱਚ ਡੀਲ ਫਾਈਨਲ ਵੀ ਕਰ ਲਈ। ਪਰ ਅਜੇ ਤੱਕ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਸੀ ਕਿ ਇਹ ਵਿਅਕਤੀ ਜਿਸ ਨੂੰ ਹਿਟਮੈਨ ਅਪਰੂਵ ਕੀਤਾ ਗਿਆ ਆ ਉਹ ਹਿਟਮੈਨ ਦਰਅਸਲ US ਗਵਰਨਮੈਂਟ ਵੱਲੋਂ ਹੀ ਪਲਾਟ ਕੀਤਾ ਗਿਆ ਇੱਕ ਵਿਅਕਤੀ ਹੈ। ਇਹ ਇਸ ਕਰਕੇ ਦੱਸਿਆ ਜਾ ਰਿਹਾ ਕਿਉਂਕਿ ਲੰਘੇ ਸਮੇਂ ਦੇ ਵਿੱਚ ਇਹ ਖਾਸ ਕਰਕੇ ਖਬਰਾਂ ਫੈਲ ਰਹੀਆਂ ਕਿ US ਗਵਰਨਮੈਂਟ ਨੇ ਕੀਤਾ ਜਾਣ ਵਾਲਾ ਇਹ ਹਮਲਾ ਬਰਸਟ ਕਰ ਦਿੱਤਾ ਔਰ ਇੱਥੇ ਹੁਣ ਤਰੀਕਾਂ ਦਾ ਵੀ ਇੱਕ ਹੇਰ-ਫੇਰ ਨਜ਼ਰ ਆ ਰਿਹਾ। ਤਰੀਕਾਂ ਜਿਹੜੀਆਂ ਨੇ, ਜਦੋਂ ਨਿਖਿਲ ਗੁਪਤਾ ਗ੍ਰਿਫਤਾਰ ਕੀਤਾ ਗਿਆ, ਤਰੀਕ ਦੱਸੀ ਗਈ ਹੈ 30 ਜੂਨ 2023, ਇਸੇ ਸਾਲ ਦੀ ਜੂਨ ਮਹੀਨੇ ਦੀ 30 ਤਰੀਕ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਨਿਖਿਲ ਗੁਪਤਾ। ਇਹ ਜੂਨ ਮਹੀਨਾ ਉਹੀ ਹੈ ਜਿਸ ਮਹੀਨੇ ਦੇ ਵਿੱਚ ਹਰਦੀਪ ਸਿੰਘ ਨਿੱਜਰ ਕਤਲकांड ਹੁੰਦਾ। ਹਰਦੀਪ ਸਿੰਘ ਨਿੱਜਰ ਕਤਲकांड ਕੈਨੇਡਾ ਦੇ ਵਿੱਚ ਹੁੰਦਾ ਆ ਔਰ ਜਾਣਕਾਰੀ ਇੱਥੋਂ ਤੱਕ ਵੀ ਸਾਹਮਣੇ ਆਈ ਹੈ, ਜਿਸ ਤਰ੍ਹਾਂ ਕਿ ਪ੍ਰੈਸ ਨੋਟ ਦੇ ਵਿੱਚ ਲਿਖਿਆ ਗਿਆ ਡਿਪਾਰਟਮੈਂਟ ਆਫ ਜਸਟਿਸ US ਦੇ ਕਿ ਨਿਖਿਲ ਗੁਪਤਾ ਨੂੰ ਕੁਝ ਡਾਕੂਮੈਂਟਸ ਬਰਾਮਦ ਹੋਏ ਸਨ ਜਿਸ ਦੇ ਵਿੱਚ ਹਰਦੀਪ ਨਿੱਜਰ ਕਤਲकांड ਦੀ ਸੰਪੰਨਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ। ਇੱਥੋਂ ਤੱਕ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਨਿਖਿਲ ਗੁਪਤਾ ਇਹ ਜਾਣਦਾ ਸੀ ਕਿ ਹਰਦੀਪ ਸਿੰਘ ਨਿੱਜਰ ਕਤਲकांड ਹੋ ਚੁੱਕਿਆ ਆ ਔਰ ਅੰਦਰ ਖਾਤੇ ਸੂਤਰਾਂ ਮੁਤਾਬਕ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਨਿਖਿਲ ਗੁਪਤਾ ਨੇ ਇਹ ਜਾਣਕਾਰੀ ਆਪਣੇ ਕ੍ਰਿਮੀਨਲ ਐਸੋਸੀਏਟ ਦੇ ਨਾਲ ਵੀ ਸਾਂਝੀ ਕੀਤੀ ਸੀ ਔਰ ਨਾਲ ਦੀ ਨਾਲ ਇਹ ਜਾਣਕਾਰੀ ਜਿਹੜੀ ਹੈ ਉਸ ਕ੍ਰਿਮੀਨਲ ਐਸੋਸੀਏਟ ਦੇ ਥਰੂ US ਗਵਰਨਮੈਂਟ ਦੇ ਕੋਲ ਪਹੁੰਚ ਗਈ। ਖੈਰ,
ਹੁਣ ਉਸੇ ਨੂੰ ਲੈ ਕੇ ਇੱਕ ਰਿਪੋਰਟ ਜਿਹੜੀ ਹੈ ਭੇਜੀ ਗਈ ਸੀ। ਲੰਘੇ ਸਮੇਂ ਦੇ ਵਿੱਚ ਇੱਕ ਨੋਟਿਸ ਭਾਰਤ ਸਰਕਾਰ ਨੂੰ ਭੇਜਿਆ ਗਿਆ ਸੀ USA ਵੱਲੋਂ ਇਹ ਜਾਣਕਾਰੀ ਭੇਜੀ ਗਈ ਸੀ ਕਿ ਤੁਹਾਡਾ ਇੱਕ ਬੰਦਾ ਜਿਹੜਾ ਹੈ, ਇੱਕ ਐਸੋਸੀਏਟ ਜਿਹੜਾ ਹੈਗਾ ਹੈ, ਉਹ US ਦੀ ਧਰਤੀ ਤੇ ਆ ਕੇ US ਦੇ ਨਾਗਰਿਕ ਨੂੰ ਮਾਰਨ ਦਾ ਪਲਾਨ ਕਰ ਰਿਹਾ, ਕਨਸਪੀਰੇਸੀ ਰਚੀ ਜਾ ਰਹੀ ਹੈ। ਹਾਲ ਹੀ ਦੇ ਵਿੱਚ ਖਬਰਾਂ ਵੀ ਇਹੋ ਜਿਹੀਆਂ ਸਾਹਮਣੇ ਆ ਰਹੀਆਂ ਕਿ US ਨੇ ਬਸਟ ਕਰ ਦਿੱਤੀ ਫੋਇਲਡ ਕਨਸਪੀਰੇਸੀ ਜਿਹੜੀ ਕਿ ਭਾਰਤ ਦੀ ਧਰਤੀ ਦੇ ਵਿੱਚੋਂ ਸਰਜੀ ਗਈ ਸੀ। ਇਹ ਖਬਰਾਂ ਲਗਾਤਾਰ ਫੈਲ ਰਹੀਆਂ, ਪਰ ਉੱਥੇ ਭਾਰਤ ਦਾ ਜਵਾਬ ਵੀ ਨੋਟ ਕਰਨ ਵਾਲਾ ਹੈ। ਭਾਰਤ ਵੱਲੋਂ ਇਸ ਮਾਮਲੇ ਨੂੰ ਲੈ ਕੇ ਇੱਕ ਟੀਮ ਦਾ ਗਠਨ ਕਰ ਦਿੱਤਾ ਗਿਆ, ਇੱਕ ਜਾਂਚ ਟੀਮ ਬਣਾ ਦਿੱਤੀ ਗਈ ਹੈ ਜਿਹੜੀ ਇਸ ਮਾਮਲੇ ਦੇ ਵਿੱਚ ਨਜਿੱਠਣ ਲਈ ਮਦਦ ਕਰੇਗੀ। ਪਰ ਇੱਥੇ ਇੱਕ ਵਖਰੇਵਾਂ ਨਜ਼ਰ ਆਉਂਦਾ ਹੈ। ਜਦੋਂ ਕੈਨੇਡਾ ਵੱਲੋਂ ਇਲਜ਼ਾਮ ਲਾਏ ਗਏ ਸੀ, ਕੈਨੇਡਾ ਵੱਲੋਂ ਇਲਜ਼ਾਮ ਲਾਉਣ ਤੋਂ ਬਾਅਦ ਭਾਰਤ ਨੇ ਸਿੱਧਾ ਅਟੈਕ ਮੋਡ ਦੇ ਵਿੱਚ ਆ ਕੇ ਤੇ ਇਹ ਕਹਿ ਦਿੱਤਾ ਸੀ ਕਿ ਨਹੀਂ, ਇਹ ਸਾਰੇ ਇਲਜ਼ਾਮਾਤ ਝੂਠੇ ਨੇ, ਅਜੇ ਤੱਕ ਕੁਝ ਵੀ ਸ਼ੋਰ ਨਹੀਂ ਹੈਗਾ, ਨਾ ਹੀ ਕੋਈ ਇਲਜ਼ਾਮ ਜਿਹੜਾ ਉਹ ਪੁਖਤਾ, ਨਾ ਹੀ ਭਾਰਤ ਨੇ ਇਸ ਉੱਤੇ ਕੋਈ ਪ੍ਰਮਾਣ ਦਿੱਤਾ ਸੀ ਕਿ ਕੈਨੇਡਾ ਸਰਕਾਰ ਨੇ ਕੋਈ ਜਾਣਕਾਰੀ ਜਾਂ ਕੋਈ ਸਬੂਤ ਭਾਰਤ ਨੂੰ ਸੌਂਪੇ ਨੇ। ਅਜੇ ਤੱਕ ਉਹ ਮਾਮਲਾ ਉਸੇ ਤਰ੍ਹਾਂ ਹੀ ਹੈ। ਪਰ ਦੂਜੇ ਪਾਸੇ ਜਿਹੜੀ ਅਮਰੀਕਾ ਦੀ ਸਰਕਾਰ ਦੇ ਵੱਲੋਂ ਲਗਾਏ ਇਲਜ਼ਾਮ ਨੇ, ਉਹਦੇ ਵਿੱਚ ਭਾਰਤ ਸਰਕਾਰ ਜਾਂ ਫਿਰ ਭਾਰਤ ਦਾ ਜਿਹੜਾ ਸਟੇਟਮੈਂਟ ਹੈਗੀ ਆ, ਉਹ ਡਿਫੈਂਸਿਵ ਸਟੇਟਮੈਂਟ ਵਿੱਚ ਆ ਗਈ। ਉਦੋਂ ਭਾਰਤ ਡਿਫੈਂਸਿਵ ਮੋਡ ਦੇ ਵਿੱਚ ਆ ਗਿਆ ਜਦੋਂ ਅਮਰੀਕਾ ਵੱਲੋਂ ਇਲਜ਼ਾਮ ਲਾਏ ਗਏ। ਭਾਰਤ ਨੇ ਇੱਕ ਜਾਂਚ ਟੀਮ ਬਣਾ ਦਿੱਤੀ, ਜਿਸ ਜਾਂਚ ਟੀਮ ਦੇ ਆਧਾਰ ਉੱਤੇ ਇਹ ਪੂਰੀ ਜਾਂਚ ਕੀਤੀ ਜਾਵੇਗੀ ਕਿ ਇਸ ਮਾਮਲੇ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਔਰ ਇਹ ਮਾਮਲਾ ਕਿੰਨਾ ਕੁ ਗੰਭੀਰ ਹੈ। ਹਾਲਾਂਕਿ ਭਾਰਤ ਨੇ ਆਪਣੇ ਬਿਆਨਾਂ ਦੇ ਵਿੱਚ ਇਹ ਜ਼ਰੂਰ ਕਿਹਾ ਹੈ ਕਿ ਭਾਰਤ ਦੀ ਇਹ ਨੀਤੀ ਨਹੀਂ ਹੈ ਕਿ ਭਾਰਤ ਹਿਟਮੈਨ ਅਪਾਇੰਟ ਕਰਕੇ, ਡਿਪਲੋਏ ਕਰਕੇ ਤੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਵੇ। ਪਰ ਇਸ ਮਾਮਲੇ ਨੂੰ ਲੈ ਕੇ ਇੱਕ ਜਾਂਚ ਟੀਮ ਜ਼ਰੂਰ ਬਣਾਈ ਗਈ ਹੈ ਔਰ ਉਸ ਜਾਂਚ ਟੀਮ ਦਾ ਕੰਮ ਹੈ ਇਸ ਮਾਮਲੇ ਦੇ ਉੱਤੇ ਜਾਂਚ ਕਰਨਾ। ਇੱਕ ਪਾਸੇ ਕੈਨੇਡਾ ਨੂੰ ਸਾਫ਼ ਤੌਰ ਦੇ ਉੱਤੇ ਅਟੈਕ ਮੋਡ 'ਚ ਆ ਕੇ ਇਨਕਾਰ ਕਰ ਦਿੱਤਾ ਸੀ ਕਿ ਇਲਜ਼ਾਮ ਸਾਰੇ ਝੂਠੇ ਹੈ, ਸਬੂਤ ਪੇਸ਼ ਕਰੋ। ਪਰ ਦੂਜੇ ਪਾਸੇ ਜਦੋਂ US ਵੱਲੋਂ ਇਲਜ਼ਾਮ ਲਾਏ ਗਏ ਤਾਂ ਉਸ ਵਿੱਚ ਡਿਫੈਂਸਿਵ ਮੋਡ ਦੇ ਵਿੱਚ ਭਾਰਤ ਆ ਗਿਆ, ਕਹਿ ਦਿੱਤਾ ਕਿ ਇਸ ਉੱਤੇ ਜਾਂਚ ਕੀਤੀ ਜਾਵੇਗੀ, ਇਸ ਨੂੰ ਘੋਖਿਆ ਜਾਵੇਗਾ, ਖੰਗਾਲਿਆ ਜਾਵੇਗਾ। ਭਾਰਤ ਦੀ ਛਵੀ ਉੱਤੇ ਦੂਸਰਾ ਹਮਲਾ ਹੈ। ਇੱਕ ਵਾਰੀ ਕੈਨੇਡਾ ਨੇ ਕੀਤਾ ਔਰ ਹੁਣ USA ਨੇ। ਤੁਹਾਨੂੰ ਇਹ ਵੀ ਦੱਸ ਦਈਏ ਕਿ ਚਰਚਾਵਾਂ ਹੋਰ ਪੱਧਰ ਤੇ ਵੀ ਛਿੜੀਆਂ ਹੋਈਆਂ ਨੇ। ਚਰਚਾਵਾਂ ਇਸ ਕਰਕੇ ਛਿੜੀਆਂ ਹੋਈਆਂ ਨੇ ਕਿਉਂਕਿ US ਤੇ ਭਾਰਤ ਦੇ ਜਿਹੜੇ ਰਿਸ਼ਤੇ ਨੇ ਉਹ ਤਾਕ ਦੇ ਉੱਤੇ ਕਿਤੇ ਨਾ ਕਿਤੇ ਲੋਕਾਂ ਨੂੰ ਨਜ਼ਰ ਆਉਣ ਲੱਗੇ ਨੇ। ਤੁਹਾਨੂੰ ਇਹ ਵੀ ਦੱਸਦੇ ਆ ਕਿ ਇਸ ਵਿੱਚ ਕਿੰਨੀ ਕੁ ਸੱਚਾਈ ਹੈ, ਰਿਸ਼ਤੇ ਤਾਰ-ਤਾਰ ਹੁੰਦੇ US ਨਾਲ ਕਿ ਨਹੀਂ, ਕਿਉਂਕਿ US ਇਸ ਵੇਲੇ ਸਭ ਤੋਂ ਵੱਡੀ ਇਕਨੋਮੀ ਹੈਗੀ ਹੈ ਪੂਰੀ ਦੁਨੀਆ ਦੇ ਉੱਤੇ ਔਰ ਉਸ ਦੇ ਨਾਲ ਰਿਸ਼ਤੇ ਹੋਣਾ, ਉਸ ਦੇ ਨਾਲ ਚੰਗੇ ਰਿਸ਼ਤੇ ਹੋਣਾ ਇੱਕ ਬਹੁਤ ਵੱਡੀ ਗੱਲ ਹੈ। ਔਰ ਭਾਰਤ ਦੇ US ਨਾਲ ਰਿਸ਼ਤੇ ਖਾਸੇ ਦੇਰ ਤੋਂ ਚੱਲਦੇ ਆਏ ਨੇ। ਭਾਰਤ ਤੇ US ਦੇ ਆਪਸੀ ਰਿਸ਼ਤੇ ਬਹੁਤ ਚੰਗੇ ਨੇ, ਇਹ ਜ਼ਰੂਰ ਹਰ ਇੱਕ ਨੂੰ ਪਤਾ ਹੈ, ਪਰ ਅਜੇ ਹੁਣ ਇਹਨਾਂ ਰਿਸ਼ਤਿਆਂ ਦੇ ਉੱਤੇ ਕਿਤੇ ਨਾ ਕਿਤੇ ਗ੍ਰਹਿਣ ਲੱਗਦਾ ਨਜ਼ਰ ਆ ਸਕਦਾ ਹੈ। ਇਸ ਦੀਆਂ ਚਰਚਾਵਾਂ ਛਿੜਦੀਆਂ ਪਈਆਂ ਨੇ। ਨਿਖਿਲ ਗੁਪਤਾ ਦੇ ਸਾਰੇ ਮਾਮਲੇ ਦੇ ਵਿੱਚ ਤੁਹਾਨੂੰ ਇੱਕ ਗੱਲ ਜ਼ਰੂਰ ਦੱਸਣੀ ਚਾਹੁੰਦੇ ਆ ਕਿ US ਗਵਰਨਮੈਂਟ ਨੇ ਗੁਰਪਤਵੰਤ ਸਿੰਘ ਪੰਨੂ ਦਾ ਜ਼ਿਕਰ ਕਿਤੇ ਵੀ ਨਹੀਂ ਕੀਤਾ। ਇਸ ਪੂਰੇ ਮਾਮਲੇ ਦੇ ਵਿੱਚ ਇਹ ਜ਼ਰੂਰ ਕਿਹਾ ਗਿਆ ਹੈ ਕਿ ਇੱਕ ਭਾਰਤੀ ਮੂਲ ਦਾ USA ਦਾ ਨਾਗਰਿਕ ਜਿਹੜਾ ਕਿ ਇੱਕ ਸਿੱਖ ਵੱਖਵਾਦੀ ਵਿਚਾਰਧਾਰਾ ਦਾ ਮਾਲਕ ਵੀ ਹੈ, ਪੇਸ਼ੇ ਵਜੋਂ ਅਟਰਨੀ ਵੀ ਰਿਹਾ ਔਰ ਹੈਗਾ ਵੀ ਹੈ ਇਸ ਵੇਲੇ ਇੱਕ ਸਿੱਖ ਵੱਖਵਾਦੀ ਜਥੇਬੰਦੀ ਦਾ, ਔਰ ਉਸ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪਰ ਉਹਦੇ ਵਿੱਚ ਕਿਤੇ ਵੀ ਗੁਰਪਤਵੰਤ ਪੰਨੂ ਦਾ ਨਾਮ ਨਹੀਂ ਸਾਹਮਣੇ ਆਇਆ। ਹਾਂ ਜ਼ਰੂਰ ਜਦੋਂ ਜਾਂਚ ਕੀਤੀ ਜਾ ਰਹੀ ਹੈ ਉਦੋਂ ਇਹ ਸਾਰੇ ਕਰੈਕਟਰਿਸਟਿਕਸ ਗੁਰਪਤਵੰਤ ਸਿੰਘ ਪੰਨੂ ਨਾਲ ਮੇਲ ਖਾਂਦੇ ਨਜ਼ਰ ਆ ਰਹੇ ਨੇ। ਲੰਘੇ ਸਮੇਂ ਦੇ ਵਿੱਚ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਸੀ ਕਿ ਗੁਰਪਤਵੰਤ ਸਿੰਘ ਪੰਨੂ ਉੱਤੇ ਹਮਲਾ ਹੋਇਆ ਆ, ਹਮਲਾ ਕੀਤਾ ਗਿਆ ਗੁਰਪਤਵੰਤ ਪੰਨੂ ਉੱਤੇ। ਲੰਘੇ ਸਮੇਂ 'ਚ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਉਸ ਵੇਲੇ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਸੀ ਜਦੋਂ ਹਰਦੀਪ ਸਿੰਘ ਨਿੱਜਰ ਕਤਲकांड ਹੁੰਦਾ ਆ। ਹਰਦੀਪ ਸਿੰਘ ਨਿੱਜਰ ਕਤਲकांड ਇੱਕ ਪਾਸੇ ਰਹਿ ਜਾਂਦਾ ਔਰ ਗੁਰਪਤਵੰਤ ਪੰਨੂ ਦੇ ਉੱਤੇ ਹਮਲੇ ਦੀਆਂ ਖਬਰਾਂ ਆਉਣ ਲੱਗਦੀਆਂ ਨੇ ਔਰ ਅੰਤਰਰਾਸ਼ਟਰੀ ਪੱਧਰ ਉੱਤੇ ਇਹ ਮਾਮਲਾ ਹੁਣ ਆ ਕੇ ਭਖਿਆ ਜਦੋਂ US ਗਵਰਨਮੈਂਟ ਨੇ ਔਰ ਖਾਸ ਕਰਕੇ ਡਿਪਾਰਟਮੈਂਟ ਆਫ ਡਿਫੈਂਸ ਵੱਲੋਂ ਇਸ ਮਾਮਲੇ ਦੇ ਉੱਤੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ। ਜ਼ਰੂਰ ਕਿਹਾ ਜਾ ਰਿਹਾ ਹੈ ਕਿ ਅਜੇ ਤੱਕ ਕੋਈ ਨਾਮ ਜ਼ਾਹਿਰ ਨਹੀਂ ਕੀਤਾ ਗਿਆ, ਪਰ ਹੁਣ ਇਸ ਨਾਮ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਔਰ ਕੀ ਇਹ ਗੁਰਪਤਵੰਤ ਪੰਨੂ ਨਾਲ ਹੀ ਜੁੜਿਆ ਹੋਇਆ, ਇਹ ਫਿਲਹਾਲ ਪ੍ਰਮਾਣ ਨਹੀਂ ਦਿੱਤਾ ਗਿਆ ਔਰ ਉਸ ਪ੍ਰਮਾਣ ਨੂੰ ਉਡੀਕਿਆ ਵੀ ਜਾ ਰਿਹਾ। ਪਰ ਹਾਂ, ਕਿਆਸ ਰਾਈਆਂ ਇਹੀ ਕਹਿ ਰਹੀਆਂ ਨੇ। ਹੁਣ ਦੂਜੇ ਪਾਸੇ ਜੇ ਗੱਲ ਕਰੀਏ ਭਾਰਤ ਤੇ ਅਮਰੀਕਾ ਦੇ ਰਿਸ਼ਤਿਆਂ ਦੀ, ਕਿਉਂਕਿ ਜਦੋਂ ਕੈਨੇਡਾ ਦਾ ਵਿਵਾਦ ਹੁੰਦਾ ਹੈ ਭਾਰਤ ਦੇ ਨਾਲ, ਹਰਦੀਪ ਸਿੰਘ ਨਿੱਜਰ ਕਤਲकांड ਹੁੰਦਾ ਆ, ਉਸ ਤੋਂ ਬਾਅਦ ਜਿਹੜੇ ਕੈਨੇਡਾ ਵੱਲੋਂ ਇਲਜ਼ਾਮ ਲਾਏ ਜਾਂਦੇ ਨੇ G20 ਸੰਮੇਲਨ ਮਗਰੋਂ, ਉਸ ਦੇ ਵਿੱਚ ਸਾਫ਼ ਤੌਰ ਤੇ ਅਸੀਂ ਸਾਰਿਆਂ ਨੇ ਦੇਖਿਆ ਕਿ ਕਿਸ ਤਰ੍ਹਾਂ ਦੋਵਾਂ ਦੇਸ਼ਾਂ ਦੇ ਵਿਚਾਲੇ ਟੈਨਸ਼ਨ ਵਧੀ, ਦੋਵਾਂ ਦੇਸ਼ਾਂ ਦੀ ਆਪਸੀ ਸਾਂਝ ਟੁੱਟੀ ਔਰ ਆਣ ਜਾਣ ਆਦਾਨ ਪ੍ਰਦਾਨ ਜਿਹੜਾ
ਉਹ ਖਤਮ ਹੋਣ ਦੀ ਕਗਾਰ ਦੇ ਉੱਤੇ ਆ ਗਿਆ। ਹੁਣ ਭਾਵੇਂ ਦੁਬਾਰਾ ਉਹ ਸ਼ੁਰੂ ਹੋਣ ਲੱਗਿਆ ਹੈ, ਪਰ ਦੂਜੇ ਪਾਸੇ ਹੁਣ ਜੇ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਨਾਲ ਭਾਰਤ ਕੀ ਇਦਾਂ ਦਾ ਸਟੈਂਡ ਲੈ ਸਕਦਾ ਆ? ਅਮਰੀਕਾ ਦੇ ਵਿਰੁੱਧ ਕੀ ਭਾਰਤ ਇਸ ਤਰ੍ਹਾਂ ਖੜਾ ਹੋ ਸਕਦਾ ਜਿਸ ਤਰ੍ਹਾਂ ਕੈਨੇਡਾ ਦੇ ਖਿਲਾਫ ਖੜਾ ਹੋਇਆ ਸੀ? ਜੇ ਵਿਚਾਰਾਂ ਦੀ ਗੱਲ ਕਰੀਏ ਤਾਂ ਜ਼ਰੂਰ ਕਿਤੇ ਨਾ ਕਿਤੇ ਕਿਆਸਰਾਈਆਂ ਉਹ ਡਰਾਉਣੀਆਂ ਨਜ਼ਰ ਆ ਰਹੀਆਂ ਨੇ, ਪਰ ਜੇ ਐਨਾਲਿਸਿਸ ਦੀ ਗੱਲ ਕੀਤੀ ਜਾਵੇ, ਐਨਾਲਿਟਿਕ ਤਰੀਕਿਆਂ ਦੀ ਗੱਲ ਕੀਤੀ ਜਾਵੇ, ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਸ਼ਾਇਦ ਭਾਰਤ ਇਸ ਤਰ੍ਹਾਂ ਨਹੀਂ ਕਰੇਗਾ। ਔਰ ਤਾਂ ਹੀ ਕਰਕੇ ਸ਼ਾਇਦ ਭਾਰਤ ਨੇ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਆ ਕਿ ਇਸ ਮਾਮਲੇ ਨੂੰ ਜਾਂਚ ਅਧੀਨ ਲਿਆਇਆ ਜਾਵੇ। ਜੇ ਗੱਲ ਕਰੀਏ ਦ ਹਿੰਦੂ ਦੇ ਵਿੱਚ ਵੀ ਇੱਕ ਆਰਟੀਕਲ ਛਪਿਆ ਆ, ਨਾ ਸਿਰਫ ਦ ਹਿੰਦੂ, ਵੱਖ-ਵੱਖ ਅਖਬਾਰਾਂ ਦੇ ਵਿੱਚ ਆਰਟੀਕਲ ਛਪਿਆ। ਉਹ ਇਸ ਕਰਕੇ ਵੀ ਛਪਿਆ ਹੋ ਸਕਦਾ ਕਿਉਂਕਿ 2024 ਦੀਆਂ ਚੋਣਾਂ ਨਜ਼ਦੀਕ ਨੇ, ਪਰ ਉਸ ਦੇ ਵਿੱਚ ਅਚਾਨਕ ਇੱਕ ਹੈਡਲਾਈਨ ਸਾਹਮਣੇ ਆਉਂਦੀ ਹੈ ਕਿ GDP ਸਰਜ more than expectations of RBI, यानी कि RBI ਦੀਆਂ ਐਕਸਪੈਕਟੇਸ਼ਨਸ ਤੋਂ ਜ਼ਿਆਦਾ GDP ਭਾਰਤ ਦੀ ਵਧੀ ਹੈ। ਉਸ ਦੇ ਨਾਲ ਜੇ ਆਪਾਂ ਅੰਕੜਿਆਂ ਦੀ ਗੱਲ ਕਰੀਏ, ਤੁਹਾਡੇ ਨਾਲ ਇੱਕ ਟੇਬਲ ਵੀ ਸਾਂਝਾ ਕਰ ਰਹੇ ਹਾਂ, ਉਸ ਟੇਬਲ ਦੀ ਗੱਲ ਕਰੀਏ ਤਾਂ ਉਸ ਟੇਬਲ ਦੇ ਵਿੱਚ ਭਾਰਤ ਦੀ ਇਕਨੋਮੀ 5ਵੇਂ ਨੰਬਰ ਤੇ ਦੱਸੀ ਗਈ ਹੈ। ਪਹਿਲੇ ਨੰਬਰ ਤੇ USA ਦੀ ਇਕਨੋਮੀ ਹੈ, ਦੂਸਰੇ ਨੰਬਰ ਦੇ ਉੱਤੇ ਚਾਈਨਾ ਦੀ ਇਕਨੋਮੀ ਹੈ, ਤੀਸਰੇ ਨੰਬਰ ਤੇ ਜਰਮਨੀ, ਫਿਰ ਜਾਪਾਨ ਤੇ ਫਿਰ ਭਾਰਤ ਆਉਂਦਾ ਹੈ। ਇਸ ਵੇਲੇ ਚਾਈਨਾ ਦੀ ਇਕਨੋਮੀ ਸੈਕੰਡ ਲਾਰਜੈਸਟ ਇਕਨੋਮੀ ਹੈ ਔਰ ਭਾਰਤ ਇਹ ਹਰਗਿਜ਼ ਨਹੀਂ ਚਾਹੇਗਾ ਕਿ ਚਾਈਨਾ ਤੇ USA ਦੇ ਵਿੱਚ ਜਿਹੜਾ ਤਾਲਮੇਲ ਹੈ ਉਹ ਬਣ ਜਾਵੇ, ਕਿਉਂਕਿ ਇੱਕ ਪਾਸੇ USA ਪਹਿਲੇ ਨੰਬਰ ਤੇ ਹੈ, ਚਾਈਨਾ ਦੂਜੇ ਨੰਬਰ ਤੇ ਹੈ, ਭਾਰਤ 5ਵੇਂ ਨੰਬਰ ਤੇ ਹੈ। ਭਾਰਤ ਦੀ ਇਕਨੋਮੀ ਦੇ ਅੰਕੜੇ ਗਾਂ ਵੀ ਦੱਸੇ ਗਏ ਨੇ ਕਿ ਆਉਣ ਵਾਲੇ 5-6 ਸਾਲਾਂ ਦੇ ਵਿੱਚ ਕੀ ਫਰਕ ਪਵੇਗਾ, ਪਰ ਇਹ ਉਨਾ ਫਰਕ ਨਹੀਂ ਹੈ ਜਿੰਨਾ ਕਿ ਚਾਈਨਾ ਦੇ ਉੱਤੇ ਜਾਂ USA ਦੇ ਉੱਤੇ ਪਵੇਗਾ। ਔਰ ਇਸ ਪੱਧਰ ਉੱਤੇ ਜਦੋਂ ਇੱਕ ਭਾਰਤ ਆਪ ਇੱਕ ਡਿਵੈਲਪਿੰਗ ਇਕਨੋਮੀ ਹੈਗੀ ਹੈ, ਉਸ ਟਾਈਮ ਦੇ ਉੱਤੇ ਲੀਡਿੰਗ ਇਕਨੋਮੀ ਦੇ ਨਾਲ USA ਦੇ ਨਾਲ ਇਸ ਤਰ੍ਹਾਂ ਦੀ ਦੁਸ਼ਮਣੀ ਪਾਲ ਲੈਣਾ ਉਹ ਭਾਰਤ ਹਰਗਿਜ਼ ਅਫੋਰਡ ਨਹੀਂ ਕਰ ਸਕਦਾ। ਇਸ ਵਾਸਤੇ ਇਸ ਮਾਮਲੇ ਨੂੰ ਜਿਹੜਾ ਉਹ ਜਾਂਚ ਅਧੀਨ ਜ਼ਰੂਰ ਲਿਆ ਗਿਆ। ਇਸ ਮਾਮਲੇ ਦੇ ਬਾਰੇ ਜਾਂਚ ਕਰਨ ਦਾ ਫੈਸਲਾ ਭਾਰਤ ਸਰਕਾਰ ਵੱਲੋਂ ਜ਼ਰੂਰ ਲਿਆ ਗਿਆ। ਔਰ ਦੂਜੇ ਪਾਸੇ ਭਾਰਤ ਦਾ ਇਹਨਾਂ ਇਲਜ਼ਾਮਾਂ ਦੇ ਉੱਤੇ ਜੇ ਬਿਆਨ ਦੀ ਗੱਲ ਕਰੀਏ ਤਾਂ ਭਾਰਤ ਵੱਲੋਂ ਇਹ ਬਿਆਨ ਜ਼ਰੂਰ ਦਿੱਤੇ ਗਏ ਨੇ ਕਿ ਇਹ ਬਿਲਕੁਲ ਵੀ ਭਾਰਤ ਦੀ ਨੀਤੀ ਨਹੀਂ ਹੈ ਕਿ ਕੋਈ ਹਿਟਮੈਨ ਅਪਰੂਵ ਕਰਕੇ ਤੇ ਇਹੋ ਜਿਹੀ ਘਟਨਾ ਨੂੰ ਅੰਜਾਮ ਦਿੱਤਾ ਜਾਵੇ। ਹਾਲਾਂਕਿ ਇਸ ਮਾਮਲੇ ਦੇ ਬਾਰੇ ਜਾਂਚ ਕਮੇਟੀ ਬਣਾਈ ਗਈ ਹੈ ਔਰ ਉਸ ਕਮੇਟੀ ਦੇ ਆਧਾਰ ਦੇ ਉੱਤੇ ਜਾਂਚ ਕੀਤੀ ਵੀ ਜਾਵੇਗੀ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲਾ ਸਮਾਂ ਇਸ ਮਾਮਲੇ ਤੇ ਕੀ ਲਿਆਵੇਗਾ। ਔਰ ਨਿਖਿਲ ਗੁਪਤਾ ਜਿਹੜਾ ਕਿ ਚੈਕ ਰਿਪਬਲਿਕ ਤੋਂ ਗ੍ਰਿਫਤਾਰ ਹੋ ਜਾਂਦਾ ਆ 2023 ਦੇ ਜੂਨ ਮਹੀਨੇ 30 ਤਰੀਕ ਨੂੰ, ਉਸ ਦੇ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ? ਵੱਖ-ਵੱਖ ਕਿਸਮ ਦੀਆਂ ਕਾਰਵਾਈਆਂ ਇਸ ਦੇ ਨਾਲ ਜੁੜੀਆਂ ਜਾ ਸਕਦੀਆਂ ਨੇ। ਕਨਸਪੀਰੇਸੀ ਟੂ ਮਰਡਰ ਤੇ ਮਰਡਰ ਚਾਰजेस ਲੱਗ ਸਕਦੇ ਨੇ, ਪਰ ਇੰਟਰਨੈਸ਼ਨਲ ਪੱਧਰ ਉੱਤੇ ਇਹੋ ਜਿਹੀ ਸਾਜ਼ਿਸ਼ ਘੜਨਾ, ਇਸ ਦੇ ਨਾਲ ਵਿਵਾਦ ਜ਼ਰੂਰ ਖੜਾ ਹੁੰਦਾ। ਸੁਰਖੀਆਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਔਰ ਇਸ ਦੇ ਵਿੱਚ ਕਿਹੜਾ ਵੱਡਾ ਖੁਲਾਸਾ ਹੋ ਕੇ ਸਾਹਮਣੇ ਆਵੇਗਾ, ਇਹ ਵਿਚਾਰ ਅਧੀਨ ਵਿਸ਼ਾ। ਜੋ ਵੀ ਹੋਏਗਾ ਦੱਸਦੇ ਰਵਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। Subscribe to One India channel and never miss an update.